ਵੈਲਕਮ ਟੂ ਐਕਸਲੇਟਰ ਕਲਾਸਿਸ। ਅੱਜ ਅਸੀਂ ਇਸ ਕਲਾਸ ਦੇ ਵਿੱਚ ਕਲਾਸ 11ਵੀਂ ਦਾ ਟੌਪਿਕ ਦੇਖਾਂਗੇ ਥਰਮੋਡਾਇਨਮਿਕਸ। ਜਿਵੇਂ ਕਿ ਅਸੀਂ ਕਲਾਸ ਦੇ ਵਿੱਚ ਥਰਮੋਡਾਇਨਮਿਕਸ ਦੇ ਕੁਝ ਜਿਹੜੇ ਟੌਪਿਕ ਆ ਉਹ ਪੜ੍ਹ ਚੁੱਕੇ ਹਾਂ, ਪਰ ਅੱਜ ਅਸੀਂ ਇਸ ਕਲਾਸ ਦੇ ਵਿੱਚ ਇਸ ਥਰਮੋਡਾਇਨਮਿਕਸ ਦੇ ਚੈਪਟਰ ਨੂੰ ਦੁਬਾਰਾ ਸ਼ੁਰੂ ਕਰਾਂਗੇ। ਹੁਣ ਅਸੀਂ ਦੇਖਦੇ ਹਾਂ ਕਿ ਇਹ ਥਰਮੋਡਾਇਨਮਿਕਸ ਚੈਪਟਰ ਜਿਹੜਾ ਵਾ ਸਾਨੂੰ ਕੀ ਜਾਣਕਾਰੀ ਜਿਹੜਾ +1 ਸਾਇੰਸ ਦੇ ਵਿੱਚ ਦੇ ਦਿੰਦਾ ਵਾ। ਜਿਵੇਂ ਕਿ ਨਾਮ ਆ ਸਾਡੇ ਕੋਲੋਂ ਇਸ ਚੈਪਟਰ ਦਾ ਥਰਮੋਡਾਇਨਮਿਕਸ, ਤੇ ਥਰਮੋਡਾਇਨਮਿਕਸ ਜਿਹੜਾ ਵਰਡ ਆ ਇਹ ਦੋ ਸ਼ਬਦ ਤੋਂ ਬਣਿਆ ਹੋਇਆ ਵਾ। ਥਰਮੋ ਦਾ ਮਤਲਬ ਕੀ ਆ ਹੀਟ, ਤੇ ਡਾਇਨਮਿਕਸ ਦਾ ਮਤਲਬ ਕੀ ਆ ਮੋਸ਼ਨ, ਮਤਲਬ ਹੀਟ ਤੇ ਮੋਸ਼ਨ। ਸੋ ਥਰਮੋਡਾਇਨਮਿਕਸ ਵਾਲੇ ਚੈਪਟਰ ਦੇ ਵਿੱਚ ਅਸੀਂ ਹੀਟ ਤੇ ਉਹਦੇ ਮੋਸ਼ਨ ਦੀ ਗੱਲ ਕਰਦੇ ਹਾਂ, ਕਿਉਂਕਿ ਸਾਨੂੰ ਪਤਾ ਵਾ ਹੀਟ ਕੀ ਆ, ਹੀਟ ਮੂਵ ਕਰਦੀ ਆ। ਹੀਟ ਮੂਵ ਕਿਵੇਂ ਕਰਦੀ ਆ? ਸਾਨੂੰ ਪਤਾ ਹੀਟ ਜਿਹੜੀ ਆ ਕਿਸੇ ਵੀ ਹਾਈ ਟੈਂਪਰੇਚਰ ਬੋਡੀ ਤੋਂ ਲੋ ਟੈਂਪਰੇਚਰ ਬੋਡੀ ਵੱਲ ਮੂਵ ਕਰਦੀ ਆ। ਤੇ ਹੁਣ ਜਦੋਂ ਸਾਨੂੰ ਇਹ ਪਤਾ ਹੀ ਆ ਕਿ ਹੀਟ ਨੇ ਮੂਵ ਕਰਨਾ ਵਾ, ਤੇ ਅਸੀਂ ਇਸ ਹੀਟ ਤੋਂ ਕੀ ਕਰਵਾ ਸਕਦੇ ਹਾਂ? ਵਰਕ ਕਰਵਾ ਸਕਦੇ ਹਾਂ। ਵੈਸੇ ਵੀ ਬੇਸਿਕਲੀ ਸਾਨੂੰ ਪਤਾ ਵਾ ਕਿ ਹੀਟ ਕੀ ਆ, ਇੱਕ એનર્ਜੀ ਦੀ ਟਾਈਪ ਆ। ਤੇ ਜੇਕਰ ਅਸੀਂ એનર્ਜੀ ਦੀ ਬੇਸਿਕ ਡੈਫੀਨੇਸ਼ਨ ਤੇ ਆਈਏ ਤੇ એનર્ਜੀ ਦੀ ਬੇਸਿਕ ਡੈਫੀਨੇਸ਼ਨ ਕੀ ਆ? ਕੈਪੈਸਿਟੀ ਟੂ ਡੂ ਦਾ ਵਰਕ, ਮਤਲਬ ਕੰਮ ਕਰਨ ਦੀ ਸਮਰੱਥਾ। ਕੰਮ ਕਰਨ ਦੀ ਸਮਰੱਥਾ ਊਰਜਾ, ਤੇ ਊਰਜਾ ਦੀ ਟਾਈਪ ਕੀ ਆ? ਹੀਟ ਆ। ਇਹਦਾ ਮਤਲਬ ਹੀਟ ਵੀ ਕੀ ਕਰਵਾ ਸਕਦੀ ਆ? ਵਰਕ ਕਰਵਾ ਸਕਦੀ ਆ। ਤੇ ਅਸੀਂ ਇਸ ਚੈਪਟਰ ਦੇ ਵਿੱਚ ਇਸ ਚੀਜ਼ ਨੂੰ ਧਿਆਨ ਨਾਲ ਦੇਖਾਂਗੇ ਕਿ ਹੀਟ ਕਿਵੇਂ ਵਰਕ ਕਰਵਾ ਸਕਦੀ ਆ। ਅਸੀਂ ਐਡੀਆਬੈਟਿਕ, ਆਈਸੋਥਰਮਲ, ਇਹ ਜਿਹੜੇ ਸਾਰੇ ਸਾਡੇ ਪ੍ਰੋਸੈਸ ਆ ਇਹਨਾਂ ਦੇ ਵਿੱਚ ਦੇਖਾਂਗੇ ਕਿ ਹੀਟ ਕਿਵੇਂ ਵਰਕ ਕਰਾਉਂਦੀ ਆ। ਸੋ ਜਿਵੇਂ ਅਸੀਂ ਟੌਪਿਕ ਕਿਹਾ ਕਿ ਥਰਮੋਡਾਇਨਮਿਕਸ ਟੌਪਿਕ ਅਸੀਂ ਡਿਸਕਸ ਕਰ ਰਹੇ ਹਾਂ, ਤੇ ਥਰਮੋਡਾਇਨਮਿਕਸ ਦਾ ਮਤਲਬ ਅਸੀਂ ਦੱਸਿਆ ਕਿ ਹੀਟ ਪਲੱਸ ਮੋਸ਼ਨ, ਕਿ ਹੀਟ ਤੇ ਮੋਸ਼ਨ ਦੀ ਗੱਲ ਕਰਾਂਗੇ। ਹੁਣ ਦੇਖੋ, ਇਸ ਚੈਪਟਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਕੁਝ ਇਹਦੀ ਬੇਸਿਕ ਜਾਣਕਾਰੀ ਹੋਣੀ ਚਾਹੀਦੀ ਆ, ਕੁਝ ਟਰਮਸ ਦੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਥਰਮੋਡਾਇਨਮਿਕ ਸਿਸਟਮ ਕੀ ਹੁੰਦੇ ਆ। ਹੁਣ ਦੇਖੋ, ਜਿਵੇਂ ਅਸੀਂ ਕਹਿੰਦੇ ਆ ਕਿ ਕੋਈ ਸੈਂਪਲ ਆ ਸਾਡੇ ਕੋਲੋਂ ਕਿਸੇ ਲਿਕੁਇਡ ਦਾ, ਕਿਸੇ ਗੈਸ ਦਾ ਜਾਂ ਕਿਸੇ ਸੋਲਿਡ ਦਾ। ਜੇਕਰ ਕੋਈ ਸੈਂਪਲ ਹੋਏਗਾ ਤੇ ਉਹਦੇ ਵਿੱਚ ਕੀ ਹੋਏਗਾ? ਉਹਦੇ ਵਿੱਚ ਕਲੈਕਸ਼ਨ ਆਫ ਮੋਲੀਕਿਊਲਸ ਹੋਣਗੇ। ਉਹ ਜਿਹੜੇ ਕਲੈਕਸ਼ਨ ਆਫ ਮੋਲੀਕਿਊਲਸ ਆ ਉਹਨਾਂ ਕੋਲੋਂ ਕੋਈ ਪ੍ਰੈਸ਼ਰ, ਉਹਨਾਂ ਦਾ ਕੋਈ ਵੋਲੀਅਮ, ਕੋਈ ਉਹਨਾਂ ਕੋਲੋਂ ਹੀਟ ਹੋਏਗੀ, ਕੋਈ ਉਹਨਾਂ ਕੋਲ ਟੈਂਪਰੇਚਰ ਹੋਏਗਾ, ਕੋਈ ਉਹਨਾਂ ਕੋਲ એનર્ਜੀ ਹੋਏਗੀ। ਹੁਣ ਇਹ ਜਿਹੜੇ ਕਲੈਕਸ਼ਨ ਆਫ ਮੋਲੀਕਿਊਲਸ ਆ ਨਾ, ਇਹਨੂੰ ਅਸੀਂ ਕੀ ਬੋਲਦੇ ਆ? ਥਰਮੋਡਾਇਨਮਿਕ ਸਿਸਟਮ ਬੋਲਦੇ ਆ। ਮਤਲਬ ਥਰਮੋਡਾਇਨਮਿਕ ਸਿਸਟਮ ਕੀ ਹੋ ਗਿਆ ਕਿ ਇੱਕ ਇਹੋ ਜਿਹਾ ਸੈੱਟ ਹੋ ਗਿਆ ਜਿਹਦੇ ਵਿੱਚ ਕੀ ਆ, ਸਾਨੂੰ ਕਲੈਕਸ਼ਨ ਆਫ ਮੋਲੀਕਿਊਲਸ ਮਿਲਣ ਵਾਲੇ ਆ। ਹੁਣ ਥਰਮੋਡਾਇਨਮਿਕਸ ਨੂੰ ਹੋਰ ਸਮਝਣ ਵਾਸਤੇ ਜਿਵੇਂ ਅਸੀਂ ਸਮਝਿਆ ਕਿ ਥਰਮੋਡਾਇਨਮਿਕਸ ਇੱਕ ਸਿਸਟਮ ਹੁੰਦਾ ਵਾ, ਉਸੇ ਤਰੀਕੇ ਨਾਲ ਥਰਮੋਡਾਇਨਮਿਕ ਸਿਸਟਮ ਨੂੰ ਸਮਝਣ ਵਾਸਤੇ ਸਾਨੂੰ ਥਰਮੋਡਾਇਨਮਿਕਸ ਪੈਰਾਮੀਟਰ ਦੀ ਜ਼ਰੂਰਤ ਆ। ਹੁਣ ਪੈਰਾਮੀਟਰ ਕੀ ਆ? ਪੈਰਾਮੀਟਰ ਜੋ ਚੀਜ਼ਾਂ ਕਿਸੇ ਚੀਜ਼ ਦੀਆਂ ਵਿਸ਼ੇਸ਼ਤਾਵਾਂ ਜ਼ਾਹਰ ਕਰਦੀ ਆ। ਹੁਣ ਥਰਮੋਡਾਇਨਮਿਕ ਸਿਸਟਮ ਆ ਸਾਡੇ ਕੋਲੋਂ, ਉਹਦੇ ਵਿੱਚ ਸਾਡੇ ਕੋਲੋਂ ਵਿਸ਼ੇਸ਼ਤਾਵਾਂ ਕੀ ਹੋ ਸਕਦੀਆਂ ਵਾ? ਅਸੀਂ ਕਹਿ ਸਕਦੇ ਹਾਂ ਕਿ ਥਰਮੋਡਾਇਨਮਿਕ ਸਿਸਟਮ ਦਾ ਕੋਈ ਆਪਣਾ ਪ੍ਰੈਸ਼ਰ ਆ। ਹੁਣ ਪ੍ਰੈਸ਼ਰ ਕੀ ਆ? ਇੱਕ ਪੈਰਾਮੀਟਰ ਆ। ਅਸੀਂ ਕਹਿ ਸਕਦੇ ਹਾਂ ਕੋਈ ਉਹਦਾ ਵੋਲੀਅਮ ਆ, ਕੋਈ ਉਹਦਾ ਟੈਂਪਰੇਚਰ ਆ, ਕੋਈ ਉਹਦੇ ਕੋਲੋਂ ਹੀਟ ਕੰਟੈਂਟ ਆ, ਕੋਈ ਉਹਦੇ ਕੋਲੋਂ ਇੰਟਰਨਲ એનર્ਜੀ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਵਾ ਜਿਨ੍ਹਾਂ ਦੇ ਨਾਲ ਇੱਕ ਥਰਮੋਡਾਇਨਮਿਕ ਸਿਸਟਮ ਨੂੰ ਡਿਫਾਈਨ ਕੀਤਾ ਜਾਣਾ ਵਾ, ਇਹਨਾਂ ਨੂੰ ਅਸੀਂ ਥਰਮੋਡਾਇਨਮਿਕ ਪੈਰਾਮੀਟਰ ਬੋਲਦੇ ਹਾਂ। ਜਿਵੇਂ ਅਸੀਂ ਗੱਲ ਕਰੀਏ ਕਿ ਇੱਕ ਮਨੁੱਖ ਦੇ ਜਿਹੜੇ ਪੈਰਾਮੀਟਰ ਕਿਹੜੇ ਆ, ਅਸੀਂ ਕਹਿ ਸਕਦੇ ਹਾਂ ਕਿ ਇੱਕ ਮਨੁੱਖ ਦੀ ਬਣਤਰ ਦੇ ਪੈਰਾਮੀਟਰ ਆ, ਉਹਦੀ ਹਾਈਟ ਆ, ਉਹਦਾ weight ਵਾ। ਉਸੇ ਤਰੀਕੇ ਨਾਲ ਥਰਮੋਡਾਇਨਮਿਕ ਸਿਸਟਮ ਦੇ ਵਿੱਚ ਸਾਡੇ ਕੋਲੋਂ ਪੈਰਾਮੀਟਰ ਕਿਹੜੇ ਹੋਣਗੇ? ਇੱਕ ਵੋਲੀਅਮ ਹੋਏਗਾ, ਇੱਕ ਟੈਂਪਰੇਚਰ ਹੋਏਗਾ, ਇੱਕ ਉਹਦਾ ਪ੍ਰੈਸ਼ਰ ਹੋਏਗਾ, ਹੀਟ ਹੋਏਗੀ, ਇੰਟਰਨਲ એનર્ਜੀ ਹੋਏਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਥਰਮੋਡਾਇਨਮਿਕ ਸਿਸਟਮ ਨੂੰ ਡਿਫਾਈਨ ਕਰਨਗੀਆਂ। ਇੱਕ ਸਿਸਟਮ ਤੋਂ ਦੂਸਰੇ ਸਿਸਟਮ ਦੇ ਵਿੱਚ ਜਦੋਂ ਅਸੀਂ ਕਵਾਂਗੇ ਕਿ ਫਰਕ ਕੀ ਆ, ਉਹ ਫਰਕ ਸਾਨੂੰ ਕੌਣ ਦੱਸੇਗਾ? ਉਹ ਫਰਕ ਸਾਨੂੰ ਇਹ ਥਰਮੋਡਾਇਨਮਿਕ ਪੈਰਾਮੀਟਰ ਹੀ ਦੱਸਣਗੇ। ਸੋ ਸਾਡੇ ਕੋਲੋਂ ਇਹ ਜਿਹੜੇ ਪ੍ਰੈਸ਼ਰ, ਵੋਲੀਅਮ, ਟੈਂਪਰੇਚਰ, ਹੀਟ ਕੀ ਆ, ਇਹ ਸਾਡੇ ਥਰਮੋਡਾਇਨਮਿਕ ਪੈਰਾਮੀਟਰ ਆ। ਅਸੀਂ ਤੀਸਰਾ ਵਰਡ ਯੂਜ਼ ਕਰਦੇ ਹਾਂ ਥਰਮਲ ਇਕੁਇਲਿਬਰੀਅਮ। ਹੁਣ ਥਰਮਲ ਇਕੁਇਲਿਬਰੀਅਮ ਕੀ ਚੀਜ਼ ਆ? ਥਰਮਲ ਇਕੁਇਲਿਬਰੀਅਮ, ਮੰਨ ਲਓ ਮੇਰੇ ਕੋਲੋਂ ਕੀ ਆ, ਇੱਕ ਸਿਸਟਮ ਆ,
मान लो इस सिस्टम का प्रैशर ਜਾਂ ਇਹਦਾ ਜਿਹੜਾ ਵੋਲੀਅਮ ਟੈਂਪਰੇਚਰ ਆ ਉਹ ਕੀ ਆ P V ਤੇ T ਤੇ ਆਪਾਂ ਇਸ ਸਿਸਟਮ ਦਾ ਨਾਮ ਰੱਖਤਾ A। ਹੁਣ ਜੇਕਰ ਅਸੀਂ ਇਹ ਗੱਲ ਕਹੀਏ ਕਿ ਇਹ ਜਿਹੜਾ ਸਿੰਗਲ ਸਿਸਟਮ ਇਕੁਇਲਿਬਰੀਅਮ ਦੇ ਵਿੱਚ ਆ, ਥਰਮਲ ਇਕੁਇਲਿਬਰੀਅਮ ਦੇ ਵਿੱਚ ਆ, ਤੇ ਆਪਾਂ ਇਹ ਗੱਲ ਕਵਾਂਗੇ ਕਿ ਇਹਦਾ ਪ੍ਰੈਸ਼ਰ ਵੋਲੀਅਮ ਟੈਂਪਰੇਚਰ ਜਿਹੜਾ ਵਾ ਉਹ ਸਮੇਂ ਦੇ ਹਿਸਾਬ ਨਾਲ ਨਹੀਂ ਬਦਲ ਰਿਹਾ। मतलब ਜਿਹੜੇ ਇਹਦੇ ਪੈਰਾਮੀਟਰ ਆ ਜਿਹੜੇ ਇਸ ਸਿਸਟਮ ਨੂੰ ਡਿਫਾਈਨ ਕਰਦੇ ਆ, ਜੇਕਰ ਉਹ ਵਿਦ ਰਿਸਪੈਕਟ ਟੂ ਟਾਈਮ ਨਹੀਂ ਚੇਂਜ ਹੋ ਰਹੇ ਤੇ ਆਪਾਂ ਕੀ ਕਵਾਂਗੇ ਇਹ ਸਿਸਟਮ ਜਿਹੜਾ ਵਾ ਉਹ ਥਰਮਲ ਇਕੁਇਲਿਬਰੀਅਮ ਦੇ ਵਿੱਚ ਆ। ਪਰ ਜੇਕਰ ਮੈਂ ਕਹਾਂ ਕਿ ਮੇਰੇ ਕੋਲੋਂ ਦੋ ਸਿਸਟਮ मान लो एक थर्मोडायनेमिक सिस्टम ए आ, एक थर्मोडायनेमिक सिस्टम बी आ। थर्मोडायनेमिक सिस्टम ए ते बी का मतलब ये आ कि मान लो ए कोई सैंपल आ मेरे को गैस का या किसी लिक्विड का, ए कोई दूसरा सैंपल आ किसी होर गैस का ला लो या किसी होर लिक्विड का ला लो। मेरे को दो की आ सिस्टम आ, थर्मोडायनेमिक सिस्टम आ ते दोनों दे अपने अपने प्रैशर वॉल्यूम टैंपरेचर आ। मान लो इहदा प्रैशर P2 आ, वॉल्यूम T2 आ ते टैंपरेचर T2 आ। जेकर आप हुण ये गल कहिए कि ये दोनों सिस्टम आपस दे विच थर्मल इक्विलिब्रीयम हन ते असीं इन्हां नूं थर्मल इक्विलिब्रीयम तां ही कह सकदे आ जदों असीं इन्हां नूं जॉइन करांगे, इन्हां नूं कॉन्टैक्ट दे विच लैके आवांगे। जेकर एक सिस्टम की हीट दूसरे सिस्टम के विच एक्सचेंज नहीं हो रही तो फिर असी की बोलांगे ए सिस्टम ते बी सिस्टम आपस दे विच की आ थर्मल इक्विलिब्रीयम दे विच आ। हुण थर्मल इक्विलिब्रीयम जदों दो सिस्टम की गल करते हैं तो थर्मल इक्विलिब्रीयम का मतलब की हो गया? थर्मल इक्विलिब्रीयम का मतलब हो गया कि थर्मल इक्विलिब्रीयम उदों हुंदा वा जदों एक्सचेंज ऑफ हीट जिहड़ी आ वो नहीं हुंदी, सिस्टम दे विच हीट एक्सचेंज नहीं हो रही। ਹੁਣ देखो दो सिस्टम किसी तीसरे सिस्टम के नाल भी थर्मल इक्विलिब्रीयम च हो सकते हैं। जिवें आपां इस तरह कहिए कि मान लो साडे कोलों की आ तीन सिस्टम आ, एक ए सिस्टम आ, इत्थे बी सिस्टम आ ते सी सिस्टम आ ते तीनों सिस्टम आपस दे विच कंडक्टिंग वॉल्स के जरिए जुड़े आ। कंडक्टिंग वॉल्स का मतलब आ कि ए दी हीट बी दे विच ट्रांसफर हो सकती आ, बी दी सी दे विच हो सकती आ, सी दी ए दे विच हो सकती आ। जदों असीं कहने आ कि ये तीनों सिस्टम जिहड़े आ वो कंडक्टिंग वॉल्स के जरिए जुड़े आ ते फिर सानूं पता वा कि एक कुछ समय बाद इन्हां दे विच की आ हीट का एक्सचेंज होना की आ रुक जाएगा। जेकर असीं पहलां कहिए कि मान लो ए जिहड़ा वा वो ज़्यादा टैंपरेचर के उपर आ, ज़्यादा हीट के उपर आ ते सानूं पता ए तो हीट जिहड़ी आ वो बी वाल ट्रांसफर होएगी जां सी वाल ट्रांसफर होएगी ते जदों ये एक्सचेंज ऑफ हीट रुक जाएगी तो आपां कहांगे कि ये तीनों सिस्टम की आ आपस दे विच इक्विलिब्रीयम ते आ। सो इस तरीके नाल असीं की आ इक्विलिब्रीयम नूं डिफाइन करदे आ कि एक सिस्टम दे विच इक्विलिब्रीयम किवें बनदा वा। दो सिस्टम दे विच इक्विलिब्रीयम जिहड़ा उस समय बनदा जदों एक्सचेंज ऑफ हीट पॉसीबल नहीं हुंदी ते तीन सिस्टम होण वो आपस दे विच इक्विलिब्रीयम कदों हुंदे आ जदों उन्हां तिन्नां दे विच एक्सचेंज ऑफ हीट जिहड़ी आ वो रुक जांदी आ। हुण देखो जिवें मैं कहा कि एक्सचेंज ऑफ हीट होएगी कदों तक होएगी? जदों तक तिन्नां दा टैंपरेचर जिहड़ा वा वो सेम नहीं हो जाता। जदों तिन्नां दा टैंपरेचर सेम हो गया उदों की आ एक्सचेंज ऑफ हीट रुक जानी आ, सिस्टम की आ इक्विलिब्रीयम दे विच आ जाना वा। सो असीं थर्मोडायनेमिक्स दे विच वेख्या कि एक थर्मोडायनेमिक सिस्टम हुंदा वा, एक थर्मोडायनेमिक्स पैरामीटर हुंदे आ जिन्हां दे नाल सिस्टम नूं डिफाइन कीता जांदा वा ते तीसरा की आ थर्मल इक्विलिब्रीयम। हुण इस तों बाद साडे कोलों दो चीज़ां होर वा जिहड़ियां असीं थर्मोडायनेमिक सिस्टम दे विच पढ़नियां वा। वो की आ एक हीट ते दूसरी की आ टैंपरेचर। हुण हीट की आ? हीट एक एनर्जी आ जिहड़ी किसी बॉडी कोलों हो सकती आ ते टैंपरेचर की आ? टैंपरेचर हीट नूं नोट करन वाला एक पैमाना वा, एक साडे कोलों स्केल आ जिहदे नाल असीं किसी बॉडी दी डिग्री ऑफ हॉटनैस या डिग्री ऑफ कोल्डनैस नूं नोट करदे आ। सो हीट एक एनर्जी आ ते टैंपरेचर उस एनर्जी नूं नोट करन वाला एक स्केल आ ते टैंपरेचर ही सानूं दसदा वा
कि हीट किस बॉडी तो किस बॉडी वाल फ्लो करनी आ। जिवें सानू पता वा कि हीट जिहड़ी आ वो आलवेज फ्लो फ्रॉम हाई पोटेंशियल टू लो पोटेंशियल। मतलब हाई पोटेंशियल का मतलब की हो गया कि हीट जिहड़ी आ वो हाई टैंपरेचर तो लो टैंपरेचर वाल मूव करदी आ। सो साडे कोलों ਇਹ ਜਿਹੜੇ दो शब्द आ हीट ते टैंपरेचर ये भी इस चैप्टर ਦੇ ਵਿੱਚ बहुत फैमिलीयर ਰਹਿਣਗੇ, बहुत ਅਸੀਂ ਇਹਨਾਂ ਨੂੰ ਨੇੜਿਓਂ ਤੋਂ ਦੇਖਾਂਗੇ ਤੇ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਵੀ ਦੇਖਾਂਗੇ। ਹੁਣ ਅਸੀਂ ਇਸ ਚੈप्टर ਦੇ ਵਿੱਚ ਹੀਟ ਅਤੇ ਇੰਟਰਨਲ એનર્ਜੀ ਨੂੰ ਦੇਖਦੇ ਹਾਂ। ਜਿਵੇਂ ਕਿ ਅਸੀਂ ਪੜ੍ਹ ਚੁੱਕੇ ਹਾਂ ਕਿ ਹੀਟ ਇੱਕ એનર્ਜੀ ਆ ਤੇ ਜੇਕਰ ਹੀਟ ਦੇ ਕੰਮਾਂ ਦੀ ਗੱਲ ਕਰੀਏ ਕਿ ਹੀਟ ਕੀ ਕਰ ਸਕਦੀ ਆ ਤੇ ਸਾਨੂੰ ਪਤਾ ਵਾ ਕਿ ਜਿਹੜੀ ਹੀਟ ਆ ਉਹ ਕੀ ਕਰ ਸਕਦੀ ਆ। पहले नंबर ते किसी का टैंपरेचर चेंज करवा सकती है, दूसरे नंबर ते की आ किसी की इंटरनल एनर्जी चेंज कर सकती है, तो तीसरे नंबर ते की आ वर्क करवा सकती है। हुण असीं कहंदे आ कि हीट की कर सकती है, हीट टैंपरेचर चेंज कर सकती है एक नंबर। दो नंबर की कर सकती आ ये चेंज इन इंटरनल एनर्जी, मतलब किसी भी इंटरनल एनर्जी नूं चेंज कर सकती आ। असी इंटरनल एनर्जी नूं थोड़ा जिहा डीपली पढ़ते हैं, थोड़ा जिहा इनू एक्सप्लेनेशन इहदी देखते हैं बाद विच। ते तीसरा असी कहने आ कि हीट की कर सकती आ वर्क करवा सकती आ। हुण असी आम तौर पर अपनी डेली लाइफ दे विच बहुत जगह ते ये चीज़ देखी आ कि हीट वर्क करवाउंदी आ। ਹੁਣ ਚਾਹੇ ਇੱਕ ਮੋਟਰਸਾਈਕਲ ਦੇ ਵਿੱਚ ਪੈਟਰੋਲ ਜਿਹੜਾ ਵਾ ਫਿਊਲ ਦੇ ਤੌਰ ਤੇ ਯੂਜ਼ ਹੁੰਦਾ ਵਾ ਤੇ ਪੈਟਰੋਲ ਕੀ ਕਰਦਾ ਵਾ, ਪੈਟਰੋਲ ਬਲ ਕੇ ਹੀਟ ਪ੍ਰੋਵਾਈਡ ਕਰਦਾ ਵਾ ਤੇ ਉਹ ਹੀਟ ਕੀ ਕਰਦੀ ਆ, ਉਹ ਹੀਟ ਉਸ ਬਾਈਕ ਨੂੰ ਉਸ ਸਾਧਨ ਨੂੰ ਚਲਾਉਂਦੀ ਆ। ਤੇ ਸਾਨੂੰ ਪਤਾ ਅਸੀਂ ਵੈਸੇ ਵੀ ਦੇਖ ਚੁੱਕੇ ਆ ਕਿ ਪਾਣੀ ਨੂੰ ਅਸੀਂ ਕੀ ਆ ਸਟ੍ਰੀਮ ਬਣਾ ਸਕਦੇ ਆ। ਸਟ੍ਰੀਮ ਬਣਾ ਕੇ ਅਸੀਂ ਕੀ ਕਰਦੇ ਆ ਉਤੋਂ ਕੋਈ ਇੰਜਣ ਚਲਾ ਸਕਦੇ ਆ ਤੇ ਅਸੀਂ ਦੇਖਦੇ ਹਾਂ ਉਹ ਇੰਜਣ ਕਿਵੇਂ ਚੱਲਦਾ ਵਾ, ਉਹ ਹੀਟ ਦੇ ਕਰਕੇ ਹੀ ਚੱਲਦਾ ਵਾ। ਸੋ ਇੱਥੇ ਅਸੀਂ ਦੇਖਿਆ ਕਿ ਹੀਟ ਜਿਹੜੀ ਆ ਉਹ ਮੇਨ ਕੀ ਆ ਤਿੰਨ ਕੰਮ ਕਰ ਰਹੀ ਆ। ਇੱਕ ਤੇ ਟੈਂਪਰੇਚਰ ਚੇਂਜ ਕਰ ਰਹੀ ਆ, ਇੱਕ ਚੇਂਜ ਇਨ ਇੰਟਰਨਲ એનર્ਜੀ ਕਰ ਰਹੀ ਆ। ਵੈਸੇ ਚੇਂਜ ਇਨ ਇੰਟਰਨਲ એનર્ਜੀ ਦੇ ਅੰਦਰ ਹੀ ਇਹ ਕਨਸੈਪਟ ਅਸੀਂ ਯੂਜ਼ ਕਰਾਂਗੇ ਟੈਂਪਰੇਚਰ ਦਾ ਵੀ। पर शुरू दे विच +1 साइंस के बच्चों ने बहुता इनू पढ़िया नहीं हुंदा चेंज इन इंटरनल एनर्जी नूं। इस करके मैं की कीता वा कि टैंपरेचर नूं इत्थे वखरा लिखिया। मेरे कहने का मतलब ये आ कि हीट जिहड़ी आ वो जां ते चेंज इन इंटरनल एनर्जी कर सकती आ ते जां वर्क करवा सकती आ। ते इंटरनल एनर्जी दे अंदर ही असी पढ़ते हैं कि टैंपरेचर चेंज हुंदा वा। सो मेन इंटरनल एनर्जी चेंज हो सकती आ ते दूसरा वर्क करवा सकती आ। हुण देखो चेंज इन इंटरनल एनर्जी का की मतलब आ। जदों असीं कहंदे आ कि चेंज इन इंटरनल एनर्जी, चेंज इन इंटरनल एनर्जी का भाव दो शब्दों तो आ, जां ते असीं कहंदे आ टैंपरेचर चेंज हो गया ते जां असीं कहंदे आ स्टेट चेंज हो गई। हुण किसी सैंपल नूं आपां हीट दे रहे हैं, मान लो पानी नूं हीट दे रहे हैं, हुण पानी नूं हीट दई जा रहे हैं तो उहदा टैंपरेचर जिहड़ा 100 डिग्री सैल्सीअस ते पहुँच गया। इहदा मतलब जिहड़ी तुसीं हीट प्रोवाइड करदे पए जो उहने की कीता उहदा टैंपरेचर चेंज करता। हुण टैंपरेचर चेंज करन दे नाल की होया, टैंपरेचर चेंज होना किहनूं कहंदे आ। टैंपरेचर चेंज होना मतलब ਉਹਦੇ ਜਿਹੜਾ ਉਸ ਥਰਮੋਡਾਇਨਮਿਕ ਸਿਸਟਮ ਉਹ ਜਿਹੜਾ ਪਾਣੀ ਆ ਜਾਂ ਕੋਈ ਵੀ ਸੈਂਪਲ ਆ ਉਹਦੇ ਵਿੱਚ ਮੋਲੀਕਿਊਲਸ ਦੀ ਜਿਹੜੀ ਕਾਈਨੈਟਿਕ એનર્ਜੀ ਆ ਵੱਧ ਗਈ ਆ। ਹੁਣ ਮੈਂ ਇੱਥੇ ਦੱਸਦਾ ਵਾਂ, ਮੰਨ ਲਓ ਮੇਰੇ ਕੋਲੋਂ ਕੀ ਆ ਇਹਦੇ ਵਿੱਚ ਕੋਈ ਲਿਕੁਇਡ ਆ, ਇਸ ਲਿਕੁਇਡ ਨੂੰ ਨੀਚਿਓਂ ਆਪਾਂ ਕੀ ਆ ਹੀਟ ਦੇ ਰਹੇ ਆ। ਜਦੋਂ ਆਪਾਂ ਇਹਨੂੰ ਨੀਚਿਓਂ ਹੀਟ ਦੇ ਰਹੇ ਆ ਨਾ ਬਾਹਰੋਂ ਤਾਂ ਸਾਨੂੰ ਇਹ ਪਤਾ ਲੱਗਣ ਡਿਆ ਕਿ ਇਹਦਾ ਟੈਂਪਰੇਚਰ ਜਿਹੜਾ ਵਾ ਉਹ ਵੱਧ ਰਿਹਾ ਵਾ। ਹੁਣ ਟੈਂਪਰੇਚਰ ਕਿਵੇਂ ਵੱਧ ਰਿਹਾ ਵਾ, ਟੈਂਪਰੇਚਰ ਇਸ ਤਰੀਕੇ ਨਾਲ ਵੱਧ ਰਿਹਾ ਵਾ ਕਿ ਇਹ ਜਿਹੜੀ ਹੀਟ ਵਾ ਨਾ ਇਹਦੇ ਮੋਲੀਕਿਊਲਸ ਪਹਿਲਾਂ ਕੀ ਸੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਵਾਈਬ੍ਰੇਟ ਕਰਦੇ ਆ, ਆਕਸੀਲੇਟ ਕਰਦੇ ਆ, ਇਹ ਸਾਨੂੰ ਪਤਾ ਵਾ। ਤੇ ਜਦੋਂ ਅਸੀਂ ਹੀਟ ਦਿੰਦੇ ਆ ਨਾ ਇਹ ਮੋਲੀਕਿਊਲ ਜ਼ਿਆਦਾ ਸਪੀਡ ਦੇ ਨਾਲ ਵਾਈਬ੍ਰੇਟ ਆਕਸੀਲੇਟ ਕਰਨਾ ਸਟਾਰਟ ਕਰ ਦਿੰਦੇ ਆ। ਜਦੋਂ ਜ਼ਿਆਦਾ ਸਪੀਡ ਦੇ ਨਾਲ ਕਰਨਾ ਸਟਾਰਟ ਕਰ ਦਿੰਦੇ ਆ ਵਾ ਉਦੋਂ ਅਸੀਂ ਕਹਿੰਦੇ ਆ ਕਿ ਇਹ ਸਿਸਟਮ ਗਰਮ ਹੋ ਰਿਹਾ ਵਾ, ਇਹ ਸਿਸਟਮ ਜ਼ਿਆਦਾ ਟੈਂਪਰੇਚਰ ਸ਼ੋ ਕਰ ਰਿਹਾ ਵਾ। ਸੋ ਅਸੀਂ ਇਹ ਗੱਲ ਇੱਥੇ ਇਹ ਗੱਲ ਕਹਿਣੀ ਆ ਕਿ ਟੈਂਪਰੇਚਰ ਦਾ ਚੇਂਜ ਹੋਣਾ मतलब की आ कि सिस्टम दे विच चेंज इन काइनेटिक एनर्जी, सिस्टम की काइनेटिक एनर्जी वध रही है क्योंकि वेलोसिटी वध रही है ना मॉलिक्यूल्स की,
ਇਹਦਾ ਮਤਲਬ ਵੈਲੋਸਿਟੀ ਵੱਧ ਰਹੀ ਆ ਤੇ ਵੈਲੋਸਿਟੀ ਕਿਹਦੇ ਨਾਲ ਜੁੜੀ ਆ? ਕਾਈਨੈਟਿਕ એનર્ਜੀ ਤੇ ਕਾਈਨੈਟਿਕ એનર્ਜੀ ਦੇ ਨਾਲ ਜੁੜੀ ਆ, ਇਹਦਾ ਮਤਲਬ ਟੈਂਪਰੇਚਰ ਵਧੇਗਾ ਤੇ ਕਾਈਨੈਟਿਕ એનર્ਜੀ ਕੀ ਆ? ਵਧੇਗੀ। ਹੁਣ ਦੂਸਰੀ ਗੱਲ ਆ ਕਿ ਚੇਂਜ ਇਨ ਇੰਟਰਨਲ એનર્ਜੀ ਦਾ ਮਤਲਬ ਕੀ ਆ? ਦੂਸਰਾ ਮਤਲਬ ਉਹਦਾ ਕਿ ਸਟੇਟ ਦਾ ਚੇਂਜ ਹੋਣਾ। ਜਿਵੇਂ ਅਸੀਂ ਕਹਿੰਦੇ ਆ ਕਿ ਪਾਣੀ ਨੂੰ ਗਰਮ ਕੀਤਾ ਤੇ ਪਾਣੀ ਬਾਅਦ ਵਿੱਚ ਕੀ ਆ? ਸਟੀਮ ਦੇ ਰੂਪ ਵਿੱਚ ਬਦਲ ਗਿਆ, ਮਤਲਬ ਉਹਦੀ ਸਟੇਟ ਜਿਹੜੀ ਆ ਉਹ ਬਦਲ ਗਈ। ਪਰ ਉਹ ਸਟੇਟ ਕਿੰਨੇ ਬਦਲੀ? ਉਹ ਸਟੇਟ ਵੀ ਤੇ ਹੀਟ ਨਹੀਂ ਬਦਲੀ। ਸੋ ਅਸੀਂ ਕਹਿੰਦੇ ਆ ਕਿ ਜਿਹੜੀ ਚੇਂਜ ਇਨ ਇੰਟਰਨਲ એનર્ਜੀ, ਇਹਦੇ ਦੋ ਮਤਲਬ ਆ, ਜਾਂ ਤੇ ਟੈਂਪਰੇਚਰ ਦਾ ਚੇਂਜ ਹੋਣਾ ਤੇ ਜਾਂ ਸਟੇਟ ਦਾ ਚੇਂਜ ਹੋਣਾ। ਸੋ ਹੀਟ ਜਿਹੜੀ ਆ, ਜਿਵੇਂ ਕਿ ਅਸੀਂ ਪੜ੍ਹ ਚੁੱਕੇ ਆ ਕਿ ਇੱਕ ਟਾਈਮ ਤੇ ਇੱਕੋ ਹੀ ਕੰਮ ਕਰਦੀ ਆ, ਜਾਂ ਜਿਸ ਸਮੇਂ ਉਹ ਟੈਂਪਰੇਚਰ ਚੇਂਜ ਕਰ ਰਹੀ ਹੋਵੇਗੀ ਉਸ ਸਮੇਂ ਉਹ ਉਸ ਸਿਸਟਮ ਦੀ ਸਟੇਟ ਚੇਂਜ ਨਹੀਂ ਕਰਦੀ, ਤੇ ਜਿਸ ਸਮੇਂ ਉਹ ਸਟੇਟ ਚੇਂਜ ਕਰ ਰਹੀ ਹੁੰਦੀ ਆ ਉਸ ਸਮੇਂ ਉਸ ਸਿਸਟਮ ਦੀ ਉਹ ਟੈਂਪਰੇਚਰ ਚੇਂਜ ਨੂੰ ਨਹੀਂ ਕਰ ਰਹੀ ਹੁੰਦੀ। ਜਿਵੇਂ ਅਸੀਂ ਕਹਿੰਦੇ ਆ ਕਿ ਮੰਨ ਲਓ ਇਹ ਵਾਟਰ ਆ ਤੇ ਵਾਟਰ ਨੂੰ ਅਸੀਂ ਕੀ ਆ? ਗਰਮ ਕਰਨਾ ਸਟਾਰਟ ਕਰਤਾ। ਹੁਣ ਵਾਟਰ ਮੰਨ ਲਓ ਸਟਾਰਟਿੰਗ ਦੇ ਵਿੱਚ ਉਹਦਾ ਟੈਂਪਰੇਚਰ ਸੀ 33 ਡਿਗਰੀ ਸੈਲਸੀਅਸ। ਸਾਨੂੰ ਪਤਾ ਵਾ ਕਿ ਵਾਟਰ ਜਿਹੜਾ ਵਾ 100 ਡਿਗਰੀ ਸੈਲਸੀਅਸ ਦੇ ਉੱਪਰ ਕੀ ਆ? ਬੋਇਲ ਕਰਦਾ ਵਾ, ਉਹਦਾ ਬੋਇਲਿੰਗ ਪੁਆਇੰਟ ਆ। ਹੀਟ ਦਿੱਤੀ, ਇਹਦਾ ਟੈਂਪਰੇਚਰ ਹੋ ਗਿਆ 100 ਡਿਗਰੀ ਸੈਲਸੀਅਸ। ਜਿੰਨਾ ਚਿਰ ਤੱਕ ਸਾਰੇ ਮੋਲੀਕਿਊਲਸ ਦਾ ਟੈਂਪਰੇਚਰ, ਜਿੰਨੇ ਵੀ ਇਸ ਸਿਸਟਮ ਦੇ ਵਿੱਚ ਪਾਣੀ ਦੇ ਮੋਲੀਕਿਊਲ ਆ, ਜਿੰਨਾ ਚਿਰ ਤੱਕ ਸਾਰਿਆਂ ਦਾ ਟੈਂਪਰੇਚਰ 100 ਨਹੀਂ ਹੋ ਜਾਂਦਾ ਉਨਾ ਚਿਰ ਤੱਕ ਪਾਣੀ ਨੇ ਸਟੀਮ ਦੇ ਵਿੱਚ ਨਹੀਂ ਬਦਲਣਾ। ਇੱਦਾਂ ਨਹੀਂ ਹੋਣਾ ਕਿ ਪਹਿਲਾਂ ਮੰਨ ਲਓ ਨੀਚੇ ਵਾਲੇ ਹਾਈਡਰੋਜਨ ਜਿਹੜਾ ਸਾਡਾ ਵਾਟਰ ਮੋਲੀਕਿਊਲ ਆ ਉਹਨੇ ਕੀ ਆ? ਨੀਚਿਓਂ ਹੀਟ ਲਈ ਤੇ ਉਹ ਸਟੀਮ ਦੇ ਵਿੱਚ ਬਦਲ ਗਿਆ। ਇੱਦਾਂ ਨਹੀਂ, ਸਾਰੇ ਸਿਸਟਮ ਨੇ ਪਹਿਲਾਂ 100 ਡਿਗਰੀ ਸੈਲਸੀਅਸ ਤੇ ਪਹੁੰਚਣਾ। ਜਦੋਂ 100 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਫਿਰ ਕੀ ਆ? ਫਿਰ ਇਹਦੀ ਸਟੇਟ ਚੇਂਜ ਹੋਣੀ ਸਟਾਰਟ ਹੋ ਜਾਣੀ ਆ। ਸਟੇਟ ਚੇਂਜ ਦੇ ਵਿੱਚ ਕੀ ਆ? ਸਾਨੂੰ ਪਤਾ ਵਾ ਕਿ ਇਹਦੇ ਸਟੀਮ ਬਣਨੀ ਸਟਾਰਟ ਹੋ ਜਾਣੀ ਆ, ਵੇਪਰ ਬਣ ਜਾਣੇ ਇਹਦੇ। ਸੋ ਜਿੰਨਾ ਚਿਰ ਤੱਕ ਹੀਟ ਇਹਦਾ ਟੈਂਪਰੇਚਰ ਚੇਂਜ ਕਰ ਰਹੀ ਸੀ, ਹੀਟ ਉਨਾ ਚਿਰ ਤੱਕ ਇਹਨੂੰ ਸਟੀਮ ਦੇ ਵਿੱਚ ਨਹੀਂ ਬਦਲੇਗੀ। ਹੀਟ ਇੱਕ ਟਾਈਮ ਤੇ ਇੱਕੋ ਹੀ ਕੰਮ ਕਰੇਗੀ। ਤੇ ਹੁਣ ਜਿਵੇਂ ਅਸੀਂ ਕਿਹਾ ਕਿ ਟੈਂਪਰੇਚਰ ਦਾ ਚੇਂਜ ਹੋਣਾ ਮਤਲਬ ਚੇਂਜ ਇਨ ਕਾਈਨੈਟਿਕ એનર્ਜੀ। ਇਸੇ ਤਰੀਕੇ ਨਾਲ ਜਦੋਂ ਅਸੀਂ ਕਹਿੰਦੇ ਨਾ ਸਟੇਟ ਦਾ ਚੇਂਜ ਹੋਣਾ, ਕਿਸੇ ਸਾਡੇ ਥਰਮੋਡਾਇਨਮਿਕ ਸਿਸਟਮ ਦੀ ਸਟੇਟ ਚੇਂਜ ਹੋ ਰਹੀ ਆ, ਉਦੋਂ ਅਸੀਂ ਕਹਿ ਦਿੰਦੇ ਆ ਚੇਂਜ ਇਨ ਪੋਟੈਂਸ਼ੀਅਲ એનર્ਜੀ, ਮਤਲਬ ਉਹਦੀ ਪੋਟੈਂਸ਼ੀਅਲ એનર્ਜੀ ਚੇਂਜ ਹੋ ਰਹੀ ਆ। ਹੁਣ ਜੇਕਰ ਮੈਂ ਸਾਰੀ ਗੱਲ ਨੂੰ ਕਨਕਲੂਡ ਕਰਾਂ ਤੇ ਮੈਂ ਅਜੇ ਤੱਕ ਇਹ ਕਿਹਾ ਵਾ ਕਿ ਹੀਟ ਜਿਹੜੀ ਆ ਉਹ ਦੋ ਕੰਮ ਕਰ ਸਕਦੀ ਆ। ਇੱਕ ਤੇ ਇੰਟਰਨਲ એનર્ਜੀ ਚੇਂਜ ਕਰ ਸਕਦੀ ਆ। ਇੰਟਰਨਲ એનર્ਜੀ ਦਾ ਕੀ ਮਤਲਬ ਆ ਕਿ ਜਾਂ ਟੈਂਪਰੇਚਰ ਚੇਂਜ ਹੋਊਗਾ ਤੇ ਜਾਂ ਸਟੇਟ ਚੇਂਜ ਹੋਊਗੀ। ਸਾਨੂੰ ਪਤਾ ਸੋਲਿਡ ਨੂੰ ਗਰਮ ਕਰਾਂਗੇ ਲਿਕੁਇਡ ਦੇ ਵਿੱਚ ਉਹਦੀ ਟਰਾਂਸਫੋਰਮੇਸ਼ਨ ਹੋ ਜਾਂਦੀ ਆ। ਸੋ ਜਾਂ ਟੈਂਪਰੇਚਰ ਚੇਂਜ ਹੋਣਾ ਹੀਟ ਦੇ ਜ਼ਰੀਏ ਜਾਂ ਸਟੇਟ ਚੇਂਜ ਹੋਣੀ। ਤੇ ਟੈਂਪਰੇਚਰ ਦਾ ਚੇਂਜ ਹੋਣਾ ਮਤਲਬ ਕਾਈਨੈਟਿਕ એનર્ਜੀ ਦਾ ਚੇਂਜ ਹੋਣਾ। ਕਾਈਨੈਟਿਕ એનર્ਜੀ ਕਿਹਦੀ? ਉਸ ਥਰਮੋਡਾਇਨਮਿਕ ਸਿਸਟਮ ਦੇ ਮੋਲੀਕਿਊਲਸ ਦੀ। ਤੇ ਸਟੇਟ ਦਾ ਚੇਂਜ ਹੋਣਾ ਕੀ ਆ? ਚੇਂਜ ਇਨ ਪੋਟੈਂਸ਼ੀਅਲ એનર્ਜੀ, ਮਤਲਬ ਉਸ ਥਰਮੋਡਾਇਨਮਿਕ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਜਿਹੜੀ ਆ ਉਹ ਚੇਂਜ ਹੋ ਰਹੀ ਆ। ਸੋ ਜਿਵੇਂ ਸਾਡੇ ਕੋਲੋਂ ਮੰਨ ਲਓ ਗੈਸ ਮੋਲੀਕਿਊਲ ਆ, ਮੈਂ ਕਹਿੰਦਾ ਕਿ ਮੰਨ ਲਓ ਮੇਰੇ ਕੋਲੋਂ ਕੀ ਆ? ਇੱਕ ਸਿਸਟਮ ਆ, ਉਹਦੇ ਵਿੱਚ ਮੰਨ ਲਓ ਆਕਸੀਜਨ ਗੈਸ ਆ। ਹੁਣ ਆਕਸੀਜਨ ਗੈਸ ਇਹਦੀ ਸਟੇਜ ਕਿਹੜੀ ਆ? ਇਹਦੀ ਸਟੇਜ ਹੈਗੀ ਆ ਗੈਸਿਸ। ਹੁਣ ਇਹਨੂੰ ਆਪਾਂ ਹੀਟ ਦੇਵਾਂਗੇ। ਹੁਣ ਇਸ ਕੇਸ ਦੇ ਵਿੱਚ ਹੀਟ ਸਿਰਫ ਇੱਕੋ ਹੀ ਕੰਮ ਕਰੂਗੀ। ਉਹ ਕਿਹੜਾ ਕੰਮ ਕਰੂਗੀ? ਟੈਂਪਰੇਚਰ ਨੂੰ ਚੇਂਜ ਕਰਨਾ। ਕਿਉਂਕਿ ਹੀਟ ਸਟੇਜ ਚੇਂਜ ਨਹੀਂ ਕਰੇਗੀ, ਉਹਦੀ ਸਟੇਟ ਨੂੰ ਬਿਲਕੁਲ ਵੀ ਨਹੀਂ ਬਦਲੇਗੀ। ਕਿਉਂ? ਕਿਉਂਕਿ ਆਲਰੇਡੀ ਗੈਸ ਸਟੇਟ ਦੇ ਵਿੱਚ ਆ। ਜੇਕਰ ਸਾਡੇ ਕੋਲੋਂ ਸੋਲਿਡ ਹੁੰਦਾ, ਸੋਲਿਡ ਨੂੰ ਹੀਟ ਦਿੰਦੇ ਤੇ ਲਿਕੁਇਡ ਬਣ ਜਾਂਦਾ, ਲਿਕੁਇਡ ਨੂੰ ਹੀਟ ਦਿੰਦੇ ਤੇ ਗੈਸ ਬਣ ਜਾਂਦੀ। ਹੁਣ ਜੇਕਰ ਗੈਸ ਨੂੰ ਹੀਟ ਦੇਵਾਂਗੇ ਉਹ ਤਾਂ ਸਿਰਫ ਟੈਂਪਰੇਚਰ ਹੀ ਚੇਂਜ ਕਰੇਗੀ। ਹੁਣ ਗੈਸ ਦੇ ਅੱਗੇ ਕਿਸੇ ਸਟੇਟ ਦੇ ਵਿੱਚ ਕਨਵਰਟ ਨਹੀਂ ਹੋ ਸਕਦੀ। ਇਸ ਕਰਕੇ ਜਦੋਂ ਵੀ ਅਸੀਂ ਗੱਲ ਕਰਾਂਗੇ ਕਿ ਗੈਸ ਦੇ ਕੇਸ ਦੇ ਵਿੱਚ ਹੀਟ ਨੇ ਸਿਰਫ ਟੈਂਪਰੇਚਰ ਚੇਂਜ ਕਰਨਾ।
ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਅਸੀਂ ਕਹੀਏ ਗੈਸ ਦੇ ਕੇਸ ਦੇ ਵਿੱਚ ਇੰਟਰਨਲ એનર્ਜੀ ਚੇਂਜ ਹੋ ਰਹੀ ਆ, ਉਹਦਾ ਮਤਲਬ ਆ ਕਿ ਗੈਸ ਦਾ ਟੈਂਪਰੇਚਰ ਚੇਂਜ ਹੋ ਰਿਹਾ ਵਾ। ਮਤਲਬ ਟੈਂਪਰੇਚਰ ਦਾ ਚੇਂਜ ਹੋਣਾ ਗੈਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇੰਟਰਨਲ એનર્ਜੀ ਚੇਂਜ ਹੋ ਰਹੀ ਆ। ਇੱਥੇ ਅਸੀਂ ਸਟੇਟ ਦਾ ਚੇਂਜ ਹੋਣ ਬਾਰੇ ਨਹੀਂ ਸੋਚਣਾ। ਸੋ ਅਸੀਂ ਇਹ ਸਮਝ ਲਿਆ ਕਿ ਚੇਂਜ ਇਨ ਇੰਟਰਨਲ એનર્ਜੀ ਮਤਲਬ ਟੈਂਪਰੇਚਰ ਤੇ ਸਟੇਟ ਦਾ ਚੇਂਜ ਹੋਣਾ। ਜੇ ਸੋਲਿਡ ਲਿਕੁਇਡ ਆ, ਦੋ ਆ, ਫਿਰ ਟੈਂਪਰੇਚਰ ਵੀ ਵੱਧ ਸਕਦਾ ਤੇ ਸਟੇਟ ਵੀ ਚੇਂਜ ਹੋ ਸਕਦੀ। ਪਰ ਜੇ ਕੱਲੀ ਗੈਸਿਸ ਦੀ ਗੱਲ ਹੋ ਰਹੀ ਆ, ਫਿਰ ਚੇਂਜ ਇਨ ਇੰਟਰਨਲ એનર્ਜੀ ਦਾ ਇੱਕੋ ਹੀ ਮਤਲਬ ਆ ਕਿ ਉਹਦਾ ਟੈਂਪਰੇਚਰ ਚੇਂਜ ਹੋ ਰਿਹਾ ਵਾ। ਹੁਣ ਇੱਕ ਗੱਲ ਆਪਾਂ ਹੋਰ ਕਹੀ ਆ ਕਿ ਇਹ ਹੀਟ ਜਿਹੜੀ ਆ ਉਹ ਵਰਕ ਵੀ ਕਰਵਾ ਸਕਦੀ ਆ, ਕਿਉਂਕਿ ਆਪਾਂ ਸਮਝ ਚੁੱਕੇ ਆ ਕਿ ਚੇਂਜ ਇਨ ਇੰਟਰਨਲ એનર્ਜੀ ਦਾ ਕੀ ਮਤਲਬ ਆ, ਵਰਕ ਕਰਵਾ ਸਕਦੀ ਆ। ਹੁਣ ਮੰਨ ਲਓ ਸਾਡੇ ਕੋਲੋਂ ਇੱਕ ਸੈਂਪਲ ਆ, ਕੋਈ ਥਰਮੋਡਾਇਨਮਿਕ ਸਿਸਟਮ ਆ, ਅਸੀਂ ਉਹਨੂੰ ਹੀਟ ਦੇ ਰਹੇ ਆ। ਜੇਕਰ ਉਹਦਾ ਵੋਲੀਅਮ ਐਕਸਪੈਂਡ ਹੋ ਰਿਹਾ ਵਾ ਜਾਂ ਉਹਦਾ ਵੋਲੀਅਮ ਚੇਂਜ ਹੋ ਰਿਹਾ ਵਾ, ਜਦੋਂ ਕਿਸੇ ਸਿਸਟਮ ਦਾ ਵੋਲੀਅਮ ਚੇਂਜ ਹੁੰਦਾ ਵਾ ਉਦੋਂ ਅਸੀਂ ਮੰਨਦੇ ਆ ਕਿ ਵਰਕ ਹੋ ਰਿਹਾ ਵਾ, ਵਰਕ ਹੋ ਰਿਹਾ। ਸੋ ਵਰਕ ਮਤਲਬ ਚੇਂਜ ਇਨ ਵੋਲੀਅਮ, ਵੋਲੀਅਮ ਦਾ ਚੇਂਜ ਹੋਣਾ, ਵੋਲੀਅਮ ਦਾ ਚੇਂਜ ਹੋਣਾ ਵਰਕ ਮੰਨਿਆ ਜਾਂਦਾ ਵਾ। ਸੋ ਇੱਥੋਂ ਅਸੀਂ ਇਹ ਗੱਲ ਸਮਝਣੀ ਆ ਕਿ ਹੀਟ ਜਿਹੜੀ ਆ ਉਹ ਦੋ ਕੰਮ ਕਰ ਰਹੀ ਆ, ਇੰਟਰਨਲ એનર્ਜੀ ਚੇਂਜ ਕਰ ਰਹੀ ਆ ਤੇ ਦੂਜਾ ਵਰਕ ਕਰਵਾ ਰਹੀ ਆ। ਤੇ ਇੰਟਰਨਲ એનર્ਜੀ ਇੱਕ ਬ੍ਰੌਡ ਵਰਡ ਆ ਜਿਹਦੇ ਅੰਦਰ ਅਸੀਂ ਇਹ ਸਮਝਿਆ ਕਿ ਇੰਟਰਨਲ એનર્ਜੀ ਦਾ ਮਤਲਬ ਟੈਂਪਰੇਚਰ ਦਾ ਚੇਂਜ ਹੋਣਾ ਜਾਂ ਸਟੇਟ ਦਾ ਚੇਂਜ ਹੋਣਾ। ਅਸੀਂ ਵਰਕ ਡਨ ਨੂੰ ਥੋੜਾ ਜਿਹਾ ਹੋਰ ਸਮਝ ਲੈਂਦੇ ਆ। ਜਿਵੇਂ ਕਿ ਵਰਕ ਡਨ ਕੌਣ ਕਰਾਉਂਦਾ ਵਾ, ਸਾਨੂੰ ਪਤਾ ਹੀਟ ਕਰਾਉਂਦੀ ਆ। ਤੇ ਵਰਕ ਜੇਕਰ ਅਸੀਂ ਕਹੀਏ ਕਿ ਇਸ ਵਰਕ ਡਨ ਨੂੰ ਤੁਸੀਂ ਇਕੁਏਸ਼ਨ ਦੇ ਵਿੱਚ ਡਿਫਾਈਨ ਕਰਨਾ ਵਾ ਤਾਂ ਤੁਸੀਂ ਕਿਵੇਂ ਕਰੋਗੇ? ਸਾਡੇ ਕੋਲੋਂ ਮਕੈਨਿਕਸ ਦੇ ਵਿੱਚ ਵਰਕ ਦੀ ਡੈਫੀਨੇਸ਼ਨ ਆ ਫੋਰਸ ਇਨਟੂ ਡਿਸਪਲੇਸਮੈਂਟ। ਇਹ ਸਾਡੀ ਮਕੈਨਿਕਸ ਦੇ ਵਿੱਚ ਬੇਸਿਕ ਡੈਫੀਨੇਸ਼ਨ ਆ ਵਰਕ ਦੀ। ਹੁਣ ਫੋਰਸ ਕੀ ਆ? ਫੋਰਸ ਹੁੰਦੀ ਆ ਪ੍ਰੈਸ਼ਰ ਇਨਟੂ ਏਰੀਆ, ਪ੍ਰੈਸ਼ਰ ਇਨਟੂ ਏਰੀਆ। ਤੇ ਡਿਸਪਲੇਸਮੈਂਟ ਮੰਨ ਲਓ x। ਸੋ ਵਰਕ ਕੀ ਹੋਇਆ? ਵਰਕ ਦਾ ਮਤਲਬ ਆ ਕਿ ਜਦੋਂ ਕੋਈ ਡਿਸਪਲੇਸਮੈਂਟ ਕਵਰ ਹੁੰਦੀ ਆ, ਤੁਸੀਂ ਕਿਸੇ ਬੋਡੀ ਤੇ ਫੋਰਸ ਲਗਾਉਂਦੇ ਜੋ ਤੇ ਉਹ ਕੀ ਆ, ਉਹ ਡਿਸਪਲੇਸ ਕਰਦੀ ਆ, ਆਪਣੀ ਪੋਜੀਸ਼ਨ ਤੋਂ ਮੂਵ ਕਰਦੀ ਆ। ਹੁਣ ਇਸੇ ਤਰੀਕੇ ਨਾਲ ਗੈਸਿਸ ਦੇ ਵਿੱਚ ਕੀ ਆ? ਗੈਸਿਸ ਦੇ ਵਿੱਚ ਜਦੋਂ ਵੋਲੀਅਮ ਚੇਂਜ ਹੁੰਦਾ ਵਾ ਉਦੋਂ ਅਸੀਂ ਕੀ ਕਹਿੰਦੇ ਆ? ਉਦੋਂ ਅਸੀਂ ਕਹਿੰਦੇ ਆ ਵਰਕ ਹੋਇਆ। ਮਤਲਬ ਗੈਸਿਸ ਦੇ ਕੇਸ ਵਿੱਚ ਵਰਕ ਕਿਹਦੇ ਨਾਲ ਜੁੜਿਆ ਹੋਇਆ? ਚੇਂਜ ਇਨ ਵੋਲੀਅਮ, ਚੇਂਜ ਇਨ ਵੋਲੀਅਮ ਦੇ ਨਾਲ ਜੁੜਿਆ ਹੋਇਆ। ਹੁਣ ਦੇਖੋ ਇੱਥੇ ਕੀ ਆ? ਏਰੀਆ, ਕਿੰਨੀ ਡਿਸਟੈਂਸ ਮੂਵ ਕੀਤੀ। ਅਸੀਂ ਏਰੀਆ ਨੂੰ ਲੈਂਥ ਦੇ ਨਾਲ ਮਲਟੀਪਲਾਈ ਕਰਾਂਗੇ ਤੇ ਕੀ ਬਣੇਗਾ? ਵੋਲੀਅਮ ਬਣੇਗਾ। ਹੁਣ ਇੱਥੇ ਸਾਡੇ ਕੋਲੋਂ ਮੰਨ ਲਓ ਕੋਈ ਸੈਂਪਲ ਆ, ਉਹ ਪਹਿਲਾਂ ਇੱਥੇ ਸੀ, ਇੱਥੇ ਨੀਚੇ ਹੀਟ ਦਿੱਤੀ, ਇਹ ਵਾਲਾ ਜਿਹੜਾ ਸੈਂਪਲ ਆ ਉਹ ਚਲਾ ਗਿਆ ਮੰਨ ਲਓ ਇਸ ਜਗ੍ਹਾ ਤੇ। ਹੁਣ ਕਿੰਨਾ ਚੇਂਜ ਹੋਇਆ? x ਚੇਂਜ ਹੋਇਆ। ਕਿੰਨਾ ਵੋਲੀਅਮ ਵਧਿਆ? ਏਰੀਆ ਕਿੰਨਾ ਸੀ ਨੀਚੇ? ਏਰੀਆ A। ਜੇ ਵੋਲੀਅਮ ਕੱਢਣਾ ਹੋਵੇ ਏਰੀਆ ਇਨਟੂ ਚੇਂਜ, ਜਿਹੜੀ ਡਿਸਪਲੇਸਮੈਂਟ ਹੋਈ ਆ, ਮਤਲਬ ਵੋਲੀਅਮ ਕਿੰਨਾ ਵਧਿਆ? A ਇਨਟੂ x। ਸੋ ਇਸੇ ਤਰੀਕੇ ਨਾਲ ਏਰੀਆ ਇਨਟੂ ਡਿਸਪਲੇਸਮੈਂਟ ਜਿੰਨੀ ਚੇਂਜ ਹੋਈ ਆ ਉਹਨੂੰ ਅਸੀਂ ਕੀ ਆ? ਵੋਲੀਅਮ ਬੋਲਦੇ ਆ। ਜੇਕਰ ਇਹ ਚੇਂਜ ਸਾਡੇ ਕੋਲੋਂ ਬਹੁਤ ਥੋੜੀ ਆ, ਛੋਟੀ ਆ, ਡਿਫਰੈਂਸ਼ੀਅਲ ਆ, ਤੇ ਅਸੀਂ ਇਸ ਇਕੁਏਸ਼ਨ ਨੂੰ ਇਦਾਂ ਵੀ ਲਿਖ ਲੈਂਦੇ ਆ dW = P dV। ਆਮ ਤੌਰ ਤੇ ਜ਼ਿਆਦਾਤਰ ਅਸੀਂ ਇਸ ਇਕੁਏਸ਼ਨ ਨੂੰ ਇਸ ਰੂਪ ਵਿੱਚ ਹੀ ਲਿਖਦੇ ਆ, ਡਿਫਰੈਂਸ਼ੀਅਲ ਰੂਪ ਵਿੱਚ ਹੀ ਲਿਖਦੇ ਆ ਕਿ ਡਿਫਰੈਂਸ਼ੀਅਲ ਵਰਕ ਮਤਲਬ ਸਮਾਲ ਵਰਕ ਜਿਹੜਾ ਵਾ ਪ੍ਰੈਸ਼ਰ ਇਨਟੂ ਚੇਂਜ ਇਨ ਸਮਾਲ ਵੋਲੀਅਮ। ਸਮਾਲ ਵੋਲੀਅਮ ਦਾ ਜਿਹੜਾ ਚੇਂਜ ਹੋਣਾ ਉਹ ਕੀ ਆ? ਸਾਨੂੰ ਸਮਾਲ ਵਰਕ ਦੇ ਬਾਰੇ ਸੂਚਿਤ ਕਰਦਾ ਵਾ। ਸੋ ਸਾਡੇ ਕੋਲੋਂ
ਜੇਕਰ ਅਸੀਂ ਗੱਲ ਕਰਾਂਗੇ ਗੈਸਿਸ ਦੇ ਕੇਸ ਦੇ ਵਿੱਚ ਵਰਕ ਹੋਇਆ ਵਾ, ਜਿਵੇਂ ਕਿ ਅਸੀਂ ਇਸ ਚੈਪਟਰ ਦੇ ਵਿੱਚ ਗੈਸਿਸ ਦੇ ਬਾਰੇ ਹੀ ਜ਼ਿਆਦਾ ਪੜ੍ਹਨਾ ਵਾ। ਗੈਸਿਸ ਦੇ ਕੇਸ ਦੇ ਵਿੱਚ ਅਸੀਂ ਵਰਕ ਨੂੰ ਕਿਵੇਂ ਕੈਲਕੂਲੇਟ ਕਰਨਾ ਵਾ? ਅਸੀਂ ਵਰਕ ਨੂੰ ਕੈਲਕੂਲੇਟ ਕਰਨਾ ਵਾ ਵੋਲੀਅਮ ਐਕਸਪੈਂਸ਼ਨ ਤੋਂ, ਜਦੋਂ ਵੋਲੀਅਮ ਐਕਸਪੈਂਡ ਹੁੰਦਾ ਵਾ। ਹੁਣ ਮੰਨ ਲਓ ਸਾਡੇ ਕੋਲੋਂ ਇੱਕ ਪ੍ਰੈਸ਼ਰ ਕੁੱਕਰ ਆ, ਮੰਨ ਲਓ ਕਿ ਇੱਕ ਪ੍ਰੈਸ਼ਰ ਕੁੱਕਰ ਆ। ਇਸ ਪ੍ਰੈਸ਼ਰ ਕੁੱਕਰ ਦੇ ਵਿੱਚ ਕੋਈ ਚੀਜ਼ ਪਈ ਹੋਈ ਆ, ਇਹ ਕਿਸੇ ਪ੍ਰੈਸ਼ਰ P ਤੇ ਆ, ਕਿਸੇ ਵੋਲੀਅਮ V ਤੇ ਆ ਤੇ ਇਹਦਾ ਟੈਂਪਰੇਚਰ T ਆ। ਹੁਣ ਜਦੋਂ ਅਸੀਂ ਇਹਨੂੰ ਹੀਟ ਦੇ ਰਹੇ ਹਾਂ, ਜਦੋਂ ਹੀਟ ਦੇ ਰਹੇ ਹਾਂ ਤੇ ਪ੍ਰੈਸ਼ਰ ਕੁੱਕਰ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ? ਪ੍ਰੈਸ਼ਰ ਕੁੱਕਰ ਤੇ ਅਸੀਂ ਤਾਂ ਹੀ ਵਰਤਦੇ ਹਾਂ ਨਾ ਕਿ ਜਿਹੜੀ ਚੀਜ਼ ਵਿੱਚ ਵਾ ਉਹਦਾ ਵੋਲੀਅਮ ਐਕਸਪੈਂਡ ਨਾ ਹੋਵੇ। ਹੁਣ ਜੇਕਰ ਉਹਦਾ ਵੋਲੀਅਮ ਐਕਸਪੈਂਡ ਨਹੀਂ ਹੋ ਰਿਹਾ, ਜਿਹੜੀ ਚੀਜ਼ ਇਹਦੇ ਵਿੱਚ ਵਾ ਪ੍ਰੈਸ਼ਰ ਕੁੱਕਰ ਦੇ, ਤੇ ਵੋਲੀਅਮ ਐਕਸਪੈਂਡ ਨਹੀਂ ਹੋ ਰਿਹਾ, ਤੇ ਫਿਰ ਇਹਦਾ ਮਤਲਬ ਹੀਟ ਕੀ ਕਰ ਰਹੀ ਆ? ਹੀਟ ਸਾਰੀ ਦੀ ਸਾਰੀ ਕੀ ਕਰ ਰਹੀ ਆ? ਉਹਦਾ ਪ੍ਰੈਸ਼ਰ ਨੂੰ ਕੀ ਆ? ਉਹਦੇ ਪ੍ਰੈਸ਼ਰ ਨੂੰ ਚੇਂਜ ਕਰ ਰਹੀ ਆ। ਸੋ ਇਹਦੇ ਵਿੱਚ ਕੀ ਆ? ਸਿਸਟਮ ਦਾ ਪ੍ਰੈਸ਼ਰ ਜਿਹੜਾ ਵਾ ਉਹ ਚੇਂਜ ਹੋ ਜਾਏਗਾ। ਪ੍ਰੈਸ਼ਰ ਦੇ ਚੇਂਜ ਹੋਣ ਦੇ ਨਾਲ ਇਸ ਜਿਹੜੀ ਚੀਜ਼ ਅਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਵਰਤ ਰਹੇ ਹਾਂ ਉਹਦਾ ਬੋਇਲਿੰਗ ਪੁਆਇੰਟ ਜਿਹੜਾ ਵਾ ਨਾ ਉਹ ਚੇਂਜ ਹੋ ਜਾਏਗਾ, ਬੋਇਲਿੰਗ ਪੁਆਇੰਟ ਉਹਦਾ ਵੱਧ ਜਾਏਗਾ। ਮੰਨ ਲਓ ਜੇ ਇਹਦੇ ਵਿੱਚ ਪਾਣੀ ਆ, ਨਾਰਮਲੀ ਪਾਣੀ ਨੇ 100 ਡਿਗਰੀ ਤੇ ਬੋਇਲ ਕਰਨਾ ਸੀ, ਪਰ ਜੇਕਰ ਅਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਪਾਣੀ ਨੂੰ ਯੂਜ਼ ਕਰ ਰਹੇ ਹਾਂ, ਹੁਣ ਪ੍ਰੈਸ਼ਰ ਕੁੱਕਰ ਦੀ ਇਹ ਖਾਸੀਅਤ ਆ ਕਿ ਪ੍ਰੈਸ਼ਰ ਕੁੱਕਰ ਨੇ ਪਾਣੀ ਨੂੰ ਵੋਲੀਅਮ ਐਕਸਪੈਂਡ ਕਰਨ ਦਾ ਮੌਕਾ ਨਹੀਂ ਦਿੱਤਾ। ਇਹਦਾ ਮਤਲਬ ਜਿੰਨੀ ਹੀਟ ਸਾਡੀ ਲੱਗ ਰਹੀ ਆ ਉਹ ਸਾਰੀ ਦੀ ਸਾਰੀ ਹੀਟ ਜਿਹੜੀ ਆ ਉਹਨੇ ਕੀ ਕਰਤਾ? ਪ੍ਰੈਸ਼ਰ ਨੂੰ ਚੇਂਜ ਕਰਤਾ। ਪ੍ਰੈਸ਼ਰ ਚੇਂਜ ਹੋ ਗਿਆ। ਪ੍ਰੈਸ਼ਰ ਪਾਣੀ ਦਾ ਪ੍ਰੈਸ਼ਰ ਚੇਂਜ ਹੋਣ ਦੇ ਨਾਲ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ ਹੁਣ 100 ਡਿਗਰੀ ਨਹੀਂ ਰਹੇਗਾ, ਉਹ ਬੋਇਲਿੰਗ ਪੁਆਇੰਟ ਹੁਣ ਕੀ ਆ? ਉੱਪਰ ਚਲੇ ਜਾਏਗਾ। ਮਤਲਬ ਪਾਣੀ 100 ਡਿਗਰੀ ਤੇ ਸਟੀਮ ਦੇ ਵਿੱਚ ਕਨਵਰਟ ਨਹੀਂ ਹੋਏਗਾ। ਪਾਣੀ ਮੰਨ ਲਓ ਚਲਾ ਗਿਆ ਹੁਣ 130 ਡਿਗਰੀ ਤੇ, ਕਿ ਹੁਣ ਮੰਨ ਲਓ ਪਾਣੀ 130 ਡਿਗਰੀ ਤੱਕ ਵੀ ਜਿਹੜਾ ਵਾ ਉਹ ਸਟੀਮ ਦੇ ਵਿੱਚ ਨਹੀਂ ਬਦਲੇਗਾ। ਜੇਕਰ ਹੁਣ ਪਾਣੀ 130 ਡਿਗਰੀ ਤੇ ਵੀ ਸਟੀਮ ਦੇ ਵਿੱਚ ਨਹੀਂ ਬਦਲੇਗਾ ਤੇ ਇਹਦਾ ਮਤਲਬ 130 ਡਿਗਰੀ ਵਾਲਾ ਪਾਣੀ ਆਪਣੇ ਅੰਦਰ ਜ਼ਿਆਦਾ ਹੀਟ ਰੱਖਦਾ ਵਾ, ਜ਼ਿਆਦਾ ਹੀ ਰੱਖੇਗਾ। ਤੇ ਜੇਕਰ 130 ਡਿਗਰੀ ਵਾਲਾ ਜਿਹੜਾ ਪਾਣੀ ਆ ਉਹ ਆਪਣੇ ਅੰਦਰ ਜ਼ਿਆਦਾ ਹੀਟ ਰੱਖੇਗਾ ਤੇ ਜਿਹੜੀ ਕੋਈ ਸਬਜ਼ੀ ਕੋਈ ਚੀਜ਼ ਅਸੀਂ ਇਸ ਪ੍ਰੈਸ਼ਰ ਕੁੱਕਰ ਦੇ ਵਿੱਚ ਪਕਾ ਰਹੇ ਹਾਂ ਉਹਨੂੰ ਜ਼ਿਆਦਾ ਸੇਕ ਮਿਲੇਗਾ, ਕਿਉਂਕਿ ਇਹ ਪਾਣੀ ਹੁਣ 100 ਡਿਗਰੀ ਤੇ ਸਟੀਮ ਦੇ ਵਿੱਚ ਨਹੀਂ ਬਦਲਣਾ, ਇਹਦਾ ਜਿਹੜਾ ਬੋਇਲਿੰਗ ਪੁਆਇੰਟ ਆ ਉੱਪਰ ਚਲਾ ਗਿਆ। ਬੋਇਲਿੰਗ ਪੁਆਇੰਟ ਉੱਪਰ ਜਾਣ ਦੇ ਨਾਲ ਇਹ ਆਪਣੇ ਅੰਦਰ ਵੱਧ ਹੀਟ ਨੂੰ ਸਮਾ ਸਕਦਾ ਵਾ ਤੇ ਇਹ ਵੱਧ ਹੀਟ ਦੇ ਨਾਲ ਉਸ ਸਬਜ਼ੀ ਨੂੰ, ਕਿਸੇ ਵੈਜੀਟੇਬਲ ਨੂੰ ਕੀ ਆ, ਇਹ ਜ਼ਿਆਦਾ ਹੀਟ ਪ੍ਰੋਵਾਈਡ ਕਰਵਾ ਸਕਦਾ ਵਾ ਤੇ ਉਹਦੇ ਨਾਲ ਕੀ ਆ? ਸਬਜ਼ੀ ਜਿਹੜੀ ਆ ਉਹ ਪੱਕ ਜਾਏਗੀ। ਸੋ ਅਸੀਂ ਕਿ ਇਹਦੇ ਵਿੱਚ ਇਹ ਦੇਖਿਆ ਵਾ ਕਿ ਹੀਟ ਜਿਹੜੀ ਆ ਉਹ ਵਰਕ ਕਰਾਉਂਦੀ ਆ ਤੇ ਹੀਟ ਵਰਕ ਕਿਵੇਂ ਕਰਵਾਉਂਦੀ ਆ? ਜਦੋਂ ਵੋਲੀਅਮ ਜਿਹੜਾ ਵਾ ਉਹ ਚੇਂਜ ਹੁੰਦਾ ਵਾ, ਜਦੋਂ ਵੋਲੀਅਮ ਐਕਸਪੈਂਡ ਹੁੰਦਾ ਵਾ। ਜਿਵੇਂ ਅਸੀਂ ਆਪਟਿਕਸ ਦੇ ਵਿੱਚ ਸਾਈਨ ਕਨਵੈਨਸ਼ਨਸ ਪੜ੍ਹੀਆਂ ਵਾ, ਇਹਦੇ ਵਿੱਚ ਵੀ ਅਸੀਂ ਦੇਖਾਂਗੇ ਕਿ ਜਦੋਂ ਵੋਲੀਅਮ ਐਕਸਪੈਂਡ ਹੁੰਦਾ ਵਾ ਨਾ ਉਦੋਂ ਅਸੀਂ ਪੋਜ਼ਿਟਿਵ 'ਚ ਮੰਨਦੇ ਹਾਂ, ਤੇ ਜਦੋਂ ਕੋਈ ਵੋਲੀਅਮ ਕੰਪਰੈਸ ਹੁੰਦਾ ਵਾ ਉਹਨੂੰ ਅਸੀਂ ਕੀ ਆ? ਸਾਈਨ ਕਨਵੈਨਸ਼ਨ ਦੇ ਤੌਰ ਤੇ ਨੈਗੇਟਿਵ ਮੰਨਦੇ ਹਾਂ। ਹੁਣ ਸਾਈਨ ਕਨਵੈਨਸ਼ਨ ਕੀ ਆ? ਸਾਈਨ ਕਨਵੈਨਸ਼ਨ ਇੱਕ ਸਾਡੇ ਸੈੱਟ ਆਫ ਰੂਲ ਆ ਜਿਹੜਾ ਅਸੀਂ ਸਿਸਟਮ ਨੂੰ ਸੌਖਾ ਕਰਨ ਵਾਸਤੇ, ਸਿਸਟਮ ਨੂੰ ਸਮਝਣ ਵਾਸਤੇ ਬਣਾਏ ਹੋਏ ਆ। ਕੋਈ ਸਾਈਨ ਕਨਵੈਨਸ਼ਨ ਪ੍ਰਿੰਸੀਪਲ ਜਾਂ ਕੋਈ ਲਾ ਨਹੀਂ ਹੁੰਦੇ। ਸਾਈਨ ਕਨਵੈਨਸ਼ਨ ਸਿਸਟਮ ਨੂੰ ਸੌਖੇ ਤੌਰ ਤੇ ਸਮਝਣ ਵਾਸਤੇ ਇੱਕ ਮਨੌਤਾਂ ਵਾ, ਅਸੀਂ ਇੱਕ ਮਨੌਤਾਂ ਬਣਾਈਆਂ ਹੋਈਆਂ। ਜਿਵੇਂ ਆਪਟਿਕਸ ਦੇ ਵਿੱਚ ਅਸੀਂ ਕਿਹਾ ਸੀ ਕਿ ਇਧਰਲੀ ਸਾਈਡ ਪੋਜ਼ਿਟਿਵ ਲੈਣੀ ਆ, ਕੋਈ ਸਾਈਡ ਨੈਗੇਟਿਵ ਲੈਣੀ ਆ, ਪ੍ਰਿੰਸੀਪਲ ਐਕਸਿਸ ਤੋਂ ਉੱਪਰਲੀ ਹਾਈਟ ਪੋਜ਼ਿਟਿਵ ਲੈਣੀ ਆ। ਇਹ ਸਾਰੀਆਂ ਸਾਡੀਆਂ ਸਾਈਨ ਕਨਵੈਨਸ਼ਨ ਸੀ, ਮਨੌਤਾਂ ਸੀ। ਇਸੇ ਤਰੀਕੇ ਨਾਲ ਇਹਦੇ ਵਿੱਚ ਕਿਹਾ ਵਾ ਕਿ ਜਦੋਂ ਕਿਸੇ ਚੀਜ਼ ਦਾ ਵੋਲੀਅਮ ਵਧੇਗਾ ਉਹਨੂੰ ਪੋਜ਼ਿਟਿਵ 'ਚ ਲੈਣਾ, ਤੇ ਜਦੋਂ ਕਿਸੇ ਚੀਜ਼ ਦਾ ਵੋਲੀਅਮ ਘਟੇਗਾ, ਕੰਪਰੈਸ ਹੋਏਗਾ, ਉਹਨੂੰ ਨੈਗੇਟਿਵ ਲੈਣਾ ਵਾ। ਸੋ ਇਹ ਸਾਡੀਆਂ ਸਾਈਨ ਕਨਵੈਨਸ਼ਨਸ ਵੀ ਲੱਗਣਗੀਆਂ ਜਦੋਂ ਕਿਸੇ ਸਿਸਟਮ ਦੇ ਉੱਪਰ ਵਰਕ ਹੋਏਗਾ। ਇਸ ਤੋਂ ਬਾਅਦ ਵਿੱਚ ਅਸੀਂ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ। ਅਸੀਂ ਨੈਕਸਟ ਕਲਾਸ ਦੇ ਵਿੱਚ ਥਰਮੋਡਾਇਨਮਿਕ ਸਿਸਟਮ ਦੇ ਜਿਹੜੇ ਆ ਉਹ ਨਿਯਮ ਪੜਾਂਗੇ, ਤੇ ਉਹਦੇ ਵਿੱਚ ਫਸਟ ਲਾ, 0th ਲਾ, ਸੈਕੰਡ ਲਾ ਨੂੰ ਡਿਸਕਸ ਕਰਾਂਗੇ। ਅੱਜ